ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਦੇਖ ਰਹੇ ਦਰਸ਼ਕਾਂ ਤੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਪ੍ਰਵਿੰਦਰ ਸਿੰਘ। ਅੱਜ ਅਸੀਂ ਗੱਲ ਕਰਾਂਗੇ ਪੰਜਾਬ 'ਚ ਸੰਘਰਸ਼ ਦੇ ਰਾਹ ਪਏ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਮਿਲੇ ਗੱਲਬਾਤ ਦੇ ਸੱਦੇ ਬਾਰੇ, ਜਿਹਦੇ ਸਾਡਾ ਸਾਥ ਦੇਣਗੇ ਤਜਰਬੇਕਾਰ ਪੱਤਰਕਾਰ ਚਰਨਜੀਤ ਭੁੱਲਰ ਜੀ। ਤੇ ਭੁੱਲਰ ਜੀ, ਤੁਹਾਡਾ ਸਵਾਗਤ ਹੈ। ਬੜੀ ਮਿਹਰਬਾਨੀ ਪਰਮਿੰਦਰ ਤੁਹਾਡੀ। ਤੇ ਸਾਨੂੰ ਦੱਸੋ ਵੀ ਇੰਨੇ ਲੰਮੇ ਸਮੇਂ ਤੋਂ ਪੰਜਾਬ 'ਚ ਕਿਸਾਨਾਂ ਦਾ ਸੰਘਰਸ਼ ਜਿਹੜਾ ਚੱਲ ਰਿਹਾ ਹੈ ਤੇ ਨੇੜ ਭਵਿੱਖ 'ਚ ਕੋਈ ਆਸ ਨਹੀਂ ਸੀ ਵੀ ਗੱਲਬਾਤ ਲਈ ਸੱਦਾ ਮਿਲੇਗਾ, ਪਰ ਹੁਣ ਕੇਂਦਰ ਨੇ 2-3 ਦਿਨਾਂ 'ਚ ਬੜੀ ਕਾਹਲ ਮਚਾਈ ਹੈ। ਇਹਦਾ ਕੀ ਕਾਰਨ ਹੈ ਤੇ ਇਹਦੇ 'ਚੋਂ ਕੀ ਸਿੱਟੇ ਨਿਕਲਣ ਦੀ ਸੰਭਾਵਨਾ ਹੈਗੀ ਹੈ? ਪਰਮਿੰਦਰ, ਤਕਰੀਬਨ 49 ਦਿਨ ਹੋ ਗਏ ਨੇ ਕਿਸਾਨ ਅੰਦੋਲਨ ਚੱਲਦੇ ਨੂੰ, ਤੇ ਅਸੀਂ ਇਸ ਅੰਦੋਲਨ ਬਾਰੇ ਆਪਣੇ ਦਰਸ਼ਕਾਂ ਦੇ ਨਾਲ ਟਾਈਮ ਟੂ ਟਾਈਮ ਜਿਹੜੀ ਦੀ ਅਪਡੇਟ ਦੇ ਰਹੇ ਹਾਂ ਲਗਾਤਾਰ। ਤੇ ਜਿਹੜੀ ਨਵੀਂ ਅਪਡੇਟ ਸਾਨੂੰ ਹੁਣ ਪ੍ਰਾਪਤ ਹੋਈ ਹੈ ਉਹ ਇਹ ਹੈਗੀ ਹੈ ਕਿ ਕਿਸਾਨ ਧਿਰਾਂ ਨੂੰ, ਜਿਹੜੀਆਂ 29 ਕਿਸਾਨ ਜਥੇਬੰਦੀਆਂ ਨੇ, ਉਹਨਾਂ ਨੂੰ ਕੇਂਦਰ ਸਰਕਾਰ ਨੇ ਗੱਲਬਾਤ ਲਈ ਸੱਦਿਆ ਕਿ ਜਿਹੜੀ ਗੱਲਬਾਤ ਮੰਤਰੀ ਪੱਧਰ ਦੀ ਹੋਏਗੀ, ਔਰ ਇਹ ਗੱਲਬਾਤ ਡਿਫੈਂਸ ਮਿਨਿਸਟਰ ਹੈ ਜਿਹੜੇ ਸਾਡੇ ਰਾਜਨਾਥ ਸਿੰਘ, ਉਹਨਾਂ ਵੱਲੋਂ ਜਿਹੜੀ ਇਹ ਸ਼ੁਰੂਆਤ ਇਹਦੀ ਕੀਤੀ ਗਈ ਸੀਗੀ। ਤਾਂ ਦੇਖਣਾ ਇਹ ਹੋਏਗਾ ਕਿ ਕਿਸਾਨ ਅੰਦੋਲਨ ਦੇ ਵਿੱਚ ਇਕੱਲਾ ਇਹ ਨਹੀਂ ਕਿ ਇਹਨਾਂ ਨੂੰ ਕਿਉਂ ਸੱਦਿਆ ਗਿਆ, ਉਹਦੇ ਕੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਕੀ ਵਜ੍ਹਾ ਬਣੀ, ਕਿਉਂਕਿ ਇੰਨੀ ਲੰਬੀ ਚੁੱਪ ਵੱਟੀ ਹੋਈ ਸੀ ਸੈਂਟਰ ਨੇ, ਜਾਂ ਉਸ ਤੋਂ ਪਹਿਲਾਂ 8 ਤਰੀਕ ਨੂੰ, ਫਿਰ 14 ਤਰੀਕ ਨੂੰ ਜਿਹੜੀ ਸੈਕਟਰੀ ਲੈਵਲ ਦੀ ਗੱਲਬਾਤ ਲਈ ਸੱਦਿਆ ਗਿਆ ਸੀ, ਉਹ ਵੀ ਇੱਕ ਸੈਂਟਰ ਗਵਰਨਮੈਂਟ ਦੀ ਖਾਨਾ ਪੂਰਤੀ ਸੀ। ਔਰ ਪਹਿਲੀ ਦਫਾ ਲੱਗਿਆ ਹੈਗਾ ਕਿ ਸੈਂਟਰ ਨੇ ਹੁਣ ਸੀਰੀਅਸਲੀ ਜਿਹੜੀ ਇਸ ਇਸ਼ੂ ਨੂੰ ਲਿਆ, ਕਿਉਂਕਿ ਪਹਿਲਾਂ ਤਾਂ ਬੜਾ ਲਾਈਟਲੀ ਲਿਆ ਜਾ ਰਿਹਾ ਸੀਗਾ ਕਿ ਕਿਸਾਨਾਂ ਦੇ ਅੰਦੋਲਨ ਨੂੰ ਸਿਰਫ ਪੰਜਾਬ ਤੱਕ ਸੀਮਿਤ ਸਮਝਿਆ ਜਾ ਰਿਹਾ ਸੀ। ਹੁਣ ਜਦੋਂ 26-27 ਤਰੀਕ ਦਾ ਜਿਹੜਾ ਸਾਰੀਆਂ 250 ਕਿਸਾਨ ਧਿਰਾਂ ਜਿਹੜੀਆਂ ਨੈਸ਼ਨਲ ਲੈਵਲ ਤੇ ਇਹਦਾ ਸੱਦਾ ਦਿੱਤਾ ਗਿਆ ਅੰਦੋਲਨ ਦਾ, ਤਾਂ ਉਸ ਤੋਂ ਬਾਅਦ ਜਿਹੜੀ ਸਾਡੀ ਸੈਂਟਰ ਗਵਰਨਮੈਂਟ ਦੀ ਥੋੜ੍ਹੀ ਜਾਗ ਖੁੱਲੀ ਹੈ ਤੇ ਉਹਨੇ ਇਸ ਨੂੰ ਸਿੰਸੈਰਿਟੀ ਦੇ ਨਾਲ ਲਿਆ ਹੈ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਵੀ ਪਹਿਲਾਂ ਇੰਨੀ ਲੰਬੀ ਚੁੱਪ ਵੱਟੀ ਰੱਖੀ ਤੇ ਹੁਣ ਅਚਾਨਕ ਇਹਨਾਂ ਦੀ ਜਾਗ ਹੈ ਜਿਹੜੀ ਉਹ ਕਿਉਂ ਖੁੱਲ੍ਹ ਗਈ, ਇਹਦੇ ਪਿੱਛੇ ਪਰਮਿੰਦਰ ਮੈਨੂੰ 3-4 ਕਾਰਨ ਮੋਟੇ ਤੌਰ ਤੇ ਨਜ਼ਰ ਪੈਂਦੇ ਹੈਗੇ ਨੇ। ਇੱਕ ਤਾਂ ਇਹ ਗੱਲ ਹੈ ਕਿ ਪੰਜਾਬ ਦੇ ਲੋਕਾਂ ਦਾ ਹੁਣ ਤੱਕ ਜਿਹੜਾ ਹੈਗਾ ਉਹ ਪੰਜਾਬ ਦੇ ਲੋਕਾਂ ਦੀ ਪਰਖ ਕੀਤੀ ਜਾ ਰਹੀ ਸੀ ਕਿ ਇਸ ਅੰਦੋਲਨ ਦੇ ਵਿੱਚ ਉਹ ਕਿੰਨਾ ਕੁ ਟਿਕ ਪਾਉਣਗੇ। ਤੇ ਅੰਦੋਲਨ ਦੇ ਦੌਰਾਨ ਤਰ੍ਹਾਂ ਦੇ ਜਿਹੜੇ ਸ਼ੋਸ਼ੇ ਵੀ ਹੈ ਸੈਂਟਰ ਵੱਲੋਂ ਕਿਸੇ ਨਾ ਕਿਸੇ ਰੂਪ ਵਿੱਚ ਛੱਡੇ ਜਾਂਦੇ ਰਹੇ ਤਾਂ ਕਿ ਇਹ ਪ੍ਰੋਗਰਾਮ ਹੈ ਜਿਹੜਾ ਅੰਦੋਲਨ ਹੈ ਉਹ ਥਿੜਕ ਜੇ, ਪਰ ਕਿਸਾਨ ਨਾਥ ਪੂਰੇ ਜ਼ਾਬਤੇ 'ਚ ਰਹੇ ਨੇ, ਅਨੁਸ਼ਾਸਨ 'ਚ ਰਹੇ ਨੇ, ਔਰ ਇਹ ਅੰਦੋਲਨ ਬੜਾ ਵਧੀਆ ਚਲਾਇਆ ਹੈ। ਔਰ ਇਹ ਵੀ ਮੈਂ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੂੰਗਾ ਕਿ ਇਹ ਪਹਿਲਾ ਅੰਦੋਲਨ ਹੈ ਆਜ਼ਾਦੀ ਦੀ ਲੜਾਈ ਤੋਂ ਬਾਅਦ ਜਿਹਦੇ ਵਿੱਚ ਸਮੁੱਚਾ ਪੰਜਾਬ ਇਨਵੋਲਵ ਹੋਇਆ ਹੈ। ਆਪਾਂ ਪਰਮਿੰਦਰ ਪਹਿਲਾਂ ਦੇਖਦੇ ਰਹੇ ਹਾਂ, ਜਾਂ ਆਪਾਂ ਤੋਂ ਪਹਿਲਾਂ ਆਪਣੇ ਜਨਮ ਤੋਂ ਪਹਿਲਾਂ ਜਦੋਂ ਪੰਜਾਬੀ ਸੂਬਾ ਮੋਰਚਾ ਲੱਗਿਆ ਸੀ, ਉਦੋਂ ਵੀ ਇੱਕ ਤਰ੍ਹਾਂ ਦਾ ਉਹ ਇਕੱਲੇ 'ਚ ਸਿੱਖ ਲੋਕ ਜਿਹੜੇ ਸੀਗੇ, ਸਿੱਖ ਭਾਈਚਾਰਾ ਜ਼ਿਆਦਾ ਡੋਮੀਨੇਟ ਕਰਦਾ ਸੀ, ਤੇ ਉਦੋਂ ਹਿੰਦੂ ਕਮਿਊਨਿਟੀ ਹੈ ਜਿਹੜੀ ਉਸ ਚੀਜ਼ ਦਾ ਵਿਰੋਧ ਕਰਦੀ ਸੀ ਪੰਜਾਬੀ ਸੂਬੇ ਦਾ। ਉਦੋਂ ਬਾਅਦ ਧਰਮ ਯੁੱਧ ਮੋਰਚਾ ਲੱਗਿਆ। ਮੇਰੇ ਕਹਿਣ ਦਾ ਮਤਲਬ ਹੈ ਕਿ ਜਿੰਨੀਆਂ ਵੀ ਮੂਵਮੈਂਟਾਂ ਇੱਥੇ ਲੜੀਆਂ ਗਈਆਂ ਨੇ ਉਹ ਕਿਸੇ ਨਾ ਕਿਸੇ ਧਿਰ ਨਾਲ ਸੰਬੰਧਿਤ ਰਹੀਆਂ ਜਿਹਦੇ ਵਿੱਚ ਟੋਟਲ ਪੰਜਾਬੀਅਤ ਦੀ ਜਿਹੜੀ ਸ਼ਮੂਲੀਅਤ ਨਹੀਂ ਰਹੀ ਹੈ। ਔਰ ਇਹ ਪਹਿਲੀ ਵਾਰ ਹੈ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਅੰਦੋਲਨ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ ਸੀ 24 ਸਤੰਬਰ ਤੋਂ, ਇਹਦੇ ਵਿੱਚ ਟੋਟਲ ਤਬਕੇ ਆ ਜਿਹੜੇ ਜੁੜੇ ਨੇ, ਜਿਹਦੇ ਵਿੱਚ ਕਿਸਾਨ ਡਾਇਰੈਕਟਲੀ ਨੇ, ਇਨਡਾਇਰੈਕਟਲੀ ਜਿਹੜੀ ਦੂਸਰਾ ਆੜਤੀਆ ਭਾਈਚਾਰਾ ਹੈ, ਹਿੰਦੂ ਕਮਿਊਨਿਟੀ ਹੈ। ਖਾਸ ਕਰਕੇ ਦੁਸਹਿਰੇ ਵਾਲੇ ਦਿਨ ਅਸੀਂ ਦੇਖ ਸਕਦੇ ਹਾਂ ਕਿ ਇਹ ਜਿਹੜੇ ਹਿੰਦੂ ਪ੍ਰਤੀਨਿਧ ਨੇ, ਖਾਸ ਕਰਕੇ ਉਧਰ ਜਿਹੜੀਆਂ ਮੰਡੀਆਂ ਦੇ ਵਿੱਚੋਂ ਵੀ ਈਵਨ ਚੰਗਾ ਹੁੰਗਾਰਾ ਇਹਨਾਂ ਨੂੰ ਮਿਲਿਆ। ਜਿਹੜੇ ਲੋਕ ਸ਼ਹਿਰੀ ਲੋਕ ਨਾਰਮਲੀ ਕੀ ਹੁੰਦਾ ਕਿ ਜਿਹੜੇ ਧਰਨੇ ਪ੍ਰਦਰਸ਼ਨ ਹੁੰਦੇ ਆ ਉਹਨਾਂ 'ਚ ਬਹੁਤੀ ਸ਼ਮੂਲੀਅਤ ਨਹੀਂ ਕਰਦੇ ਕਿਸੇ ਨਾ ਕਿਸੇ ਕਾਰਨ ਕਰਕੇ, ਜਾਂ ਇਹਨਾਂ ਆਪਣੇ ਕਾਰੋਬਾਰ 'ਚ ਟਾਈਮ ਨਹੀਂ ਕੱਢ ਪਾਉਂਦੇ, ਪਰ ਉਹਨਾਂ ਨੇ ਵੀ ਜਿਹੜਾ ਇਹਨਾਂ 'ਚ ਸ਼ਮੂਲੀਅਤ ਕੀਤੀ ਹੈਗੀ ਹੈ। ਇਕੱਲੀ ਸ਼ਮੂਲੀਅਤ ਨਹੀਂ ਕੀਤੀ, ਇਹਨਾਂ ਤੋਂ ਇਲਾਵਾ ਜਿਹੜੀਆਂ ਕਿਸਾਨ ਧਿਰਾਂ ਉਹਨਾਂ ਨੂੰ ਫੰਡ ਵੀ ਵੱਡੀ ਪੱਧਰ ਤੇ ਦਿੱਤਾ ਹੈ। ਉਹ ਜਿਸ ਕਿਸਮ ਦਾ ਯੋਗਦਾਨ, ਜਿਵੇਂ ਡਾਕਟਰ ਹੈ, ਡਾਕਟਰ ਕੱਲ੍ਹ ਲੰਗਰ ਲਾ ਰਹੇ ਨੇ ਥਾਂ ਧਰਨਿਆਂ ਤੇ ਜਾ ਕੇ, ਕੋਈ ਕੈਸ਼ ਦੇ ਰੂਪ ਦੇ ਵਿੱਚ ਕੰਟਰੀਬਿਊਟ ਕਰ ਰਿਹਾ, ਕੋਈ ਚਾਹ ਦਾ ਲੰਗਰ ਲਾ ਰਿਹਾ, ਕੋਈ ਪੂਰੀਆਂ ਦਾ ਲੰਗਰ ਲਾ ਰਿਹਾ। ਕਿਸੇ ਨਾ ਕਿਸੇ ਰੂਪ 'ਚ ਅੰਦੋਲਨ ਨੂੰ ਟੋਟਲ ਪੰਜਾਬੀ ਜਿਹੜਾ ਭਾਈਚਾਰਾ ਉਹਨਾਂ ਨੇ ਇਹਨੂੰ ਓਨ ਕੀਤਾ ਹੋ ਗਿਆ, ਇਸ ਚੀਜ਼ ਦੀ ਮਤਲਬ ਕੰਟਰੀਬਿਊਟ ਕੀਤਾ ਆਪਣੇ ਤਰਫੋਂ। ਤਾਂ ਇਹ ਸੈਂਟਰ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਕਿ ਇਹਦੇ ਵਿੱਚ ਸਮੁੱਚਾ ਜਿਹੜਾ ਪੰਜਾਬ ਹੈ ਉਹ ਸ਼ਾਮਲ ਹੋ ਗਿਆ। ਉਸ ਤੋਂ ਬਾਅਦ ਜਦੋਂ ਇਹਨਾਂ ਨੇ ਨੈਸ਼ਨਲ ਕੌਮੀ ਪੱਧਰ 'ਤੇ ਨੇ ਰੂਪ ਧਾਰਨ ਕੀਤਾ, ਜਿਵੇਂ ਚੱਕਾ ਜਾਮ ਵਾਲਾ 18 ਸਟੇਟਾਂ ਦੇ ਵਿੱਚ ਹੋਇਆ, ਤਾਂ ਉਦੋਂ ਵੀ ਸੈਂਟਰ ਨੂੰ ਲੱਗਿਆ ਕਿ ਇਹਨੇ ਅੰਦੋਲਨ ਨੇ ਹੁਣ ਆਪਣੇ ਜਿਹੜੇ ਪੈਰ ਹੈ ਉਹ ਪਸਾਰਨੇ ਸ਼ੁਰੂ ਕਰ ਦਿੱਤੇ ਹੈ। ਔਰ ਇਸ ਅੰਦੋਲਨ ਦੀ ਇੱਕ ਇਹ ਵੀ ਦੇਖਣ ਨੂੰ ਗੱਲ ਮਿਲੀ ਹੈ ਕਿ ਜਿਸ ਤਰ੍ਹਾਂ ਪਹਿਲਾਂ ਆਪਾਂ ਗੱਲ ਕੀਤੀ ਕਿ ਰਾਜਨਾਥ ਸਿੰਘ ਹੋਰ ਜਿਹੜੇ ਰੱਖਿਆ ਮੰਤਰੀ, ਉਹਨਾਂ ਨੇ ਇਹ ਗੱਲਬਾਤ ਚਲਾਈ ਹੈਗੀ ਹੈ, ਸ਼ੁਰੂ ਮੁੱਢ ਉਹਨਾਂ ਨੇ ਬੰਨਿਆ ਹੁਣ ਗੱਲਬਾਤ ਦਾ। ਤਾਂ ਮੈਨੂੰ ਇਹ ਲੱਗਦਾ ਹੈਗਾ ਕਿ ਜਿਸ ਤਰ੍ਹਾਂ ਕਿ ਸਾਡੇ ਭਾਰਤੀ ਫੌਜ ਦੇ ਸੈਨਿਕ ਹੈ, ਜਿਵੇਂ ਉਹ J&K 'ਚ ਬੈਠੇ ਨੇ ਜਾਂ ਦੂਜੀਆਂ ਸਟੇਟਾਂ 'ਚ ਬੈਠੇ ਨੇ,
ਤਾਂ ਇਹ ਦੀਵਾਲੀ ਦਾ ਤਿਉਹਾਰ ਇੱਕ ਇਹੋ ਜਿਹਾ ਹੁੰਦਾ ਹੈ ਕਿ ਇਸ ਮੌਕੇ ਜਿਹੜਾ ਵਾਢੀ ਦਾ ਸੀਜ਼ਨ, ਸਾਡਾ ਪੈਡੀ ਆਈ ਹੈ, ਹੁਣ ਫਸਲ ਆਈ ਹੈ, ਤਾਂ ਇੱਥੇ ਜਿਹੜੇ ਸਾਡੇ ਫੌਜੀ ਵੀਰ ਹੈ, ਫੌਜੀ ਜਵਾਨ ਹੈ, ਉਹਨਾਂ ਨੂੰ ਜਿਹੜੀ ਛੁੱਟੀਆਂ ਮਿਲਦੀਆਂ ਨੇ ਤੇ ਉਹਨਾਂ ਨੇ ਤਿਉਹਾਰ, ਬਹੁਤੇ ਜਿਹੜੇ ਜਵਾਨ ਹੈ ਉਹ ਆਪਣੇ ਘਰਾਂ 'ਚ ਤਿਉਹਾਰ ਮਨਾਉਂਦੇ ਨੇ। ਹੋ ਸਕਦਾ ਕਿਸੇ ਨਾ ਕਿਸੇ ਰੂਪ 'ਚ ਇਹ ਫੀਡਬੈਕ ਰਾਜਨਾਥ ਸਿੰਘ ਹੋਰਾਂ ਨੂੰ ਸੈਨਿਕਾਂ ਦੀ ਤਰਫੋਂ ਵੀ ਮਿਲੀ ਹੋਵੇ, ਜਿਹਦੇ ਕਰਕੇ ਉਹ ਗੱਲਬਾਤ ਲਈ ਉਹਨਾਂ ਨੇ ਅੱਗੇ ਇਸ਼ਾਰਾ ਕੀਤਾ ਹੋਵੇ ਕਿ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ। ਤਾਂ ਇਸੇ ਤਰ੍ਹਾਂ ਉਸ ਤੋਂ ਵੱਡੀ ਗੱਲ ਹੈ ਜਿਹੜੀ ਕਿ ਦੀਵਾਲੀ ਹੈ, ਜਿਸ ਤਰ੍ਹਾਂ ਆਪਾਂ ਕਹਿੰਦੇ ਕਿ ਹਿੰਦੂ ਸਿੱਖਾਂ ਦਾ ਇੱਕ ਸਰਬ ਸਾਂਝਾ ਤਿਉਹਾਰ ਹੈਗਾ, ਤਾਂ ਜਿਹੜੀ ਸਾਡੀ ਸਟੇਟ ਦੀ ਭਾਜਪਾ ਦੀ ਲੀਡਰਸ਼ਿਪ ਹੈ, ਉਹਨਾਂ ਦੇ ਘਰਾਂ ਦੇ ਅੱਗੇ ਧਰਨੇ ਮੁਜ਼ਾਹਰੇ ਚੱਲ ਰਹੇ ਆ, ਔਰ ਉਹਨਾਂ ਦੀ ਰੋਜ਼ ਜਿਹੜੀ ਮੁਰਦਾਬਾਦ ਦੇ ਨਾਅਰੇ ਲੱਗਦੇ ਆ, ਉਹਨਾਂ ਦੇ ਘਰਾਂ ਦੇ ਵਿੱਚ ਵੀ ਇਸ ਕਿਸਮ ਦਾ ਮਾਹੌਲ ਬਣਿਆ ਹੈ। ਜਿਹੜੀ ਸਾਡੀ ਸਟੇਟ ਲੀਡਰਸ਼ਿਪ ਹੈ ਭਾਜਪਾ ਦੀ, ਉਹਨੇ ਵੀ ਕਿਤੇ ਨਾ ਕਿਤੇ ਜਾ ਕੇ ਪ੍ਰੈਸ਼ਰਾਈਜ਼ ਕੀਤਾ ਹੋਏਗਾ, ਕਿਉਂਕਿ ਸੋਸ਼ਲੀ ਵੀ ਉਹਨਾਂ ਨੂੰ ਇੱਕ ਪ੍ਰੈਸ਼ਰ ਬਣਿਆ, ਇੱਕ ਮਹੱਲੇ 'ਚ ਰਹਿੰਦੇ ਹੈਗੇ ਨੇ, ਉਹਨਾਂ ਲੋਕਾਂ ਦੇ ਵਿੱਚ ਹੀ ਅਸੀਂ ਵਿਚਰਨਾ ਹੁੰਦਾ, ਉਹਨਾਂ ਦੇ ਪਰਿਵਾਰਾਂ ਵੱਲੋਂ ਇਸ ਕਿਸਮ ਦਾ ਫੀਡਬੈਕ ਆਇਆ ਹੋਏਗਾ। ਤਾਂ ਜਿਸ ਤਰ੍ਹਾਂ ਜੈਨੀ ਸਾਹਿਬ ਨੇ ਇਹਦੇ ਵਿੱਚ ਪਹਿਲ ਕੀਤੀ, ਕਿ ਉਹਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਕਿਸਾਨ ਹਾਂ, ਉਸ ਤੋਂ ਬਾਅਦ ਹੋਰ ਵੀ ਭਾਜਪਾ ਦੇ ਆਗੂਆਂ ਨੇ ਅੰਦਰ ਖਾਤੇ ਇੱਕ ਤਰ੍ਹਾਂ ਦੇ ਬਗਾਵਤੀ ਸੁਰ ਰੱਖਣੇ ਸ਼ੁਰੂ ਕਰ ਦਿੱਤੇ ਸੀ। ਤਾਂ ਮੈਨੂੰ ਇੱਕ ਆਪਣੇ ਸੋਰਸਸ ਤੋਂ ਇਹ ਗੱਲ ਦਾ ਪਤਾ ਲੱਗਿਆ ਕਿ ਭਾਜਪਾ ਦੀ ਜਿਹੜੀ ਸਟੇਟ ਯੂਨਿਟ ਹੈ, ਉਹਦੇ ਜਿਹੜੇ ਹੇਠਲੇ ਲੀਡਰ ਹੈ, ਕੁਝ ਤਾਂ ਲੀਡਰਾਂ ਦੇ ਸਾਡੇ ਸਾਹਮਣੇ ਆ ਗਏ ਕਿ ਉਹਨਾਂ ਨੇ ਆਪਣੇ ਅਸਤੀਫੇ ਦੇ ਦਿੱਤੇ, ਨੰਗੇ ਚਿੱਟੇ ਹੋ ਗਏ। ਤਾਂ ਕੁਝ ਜਿਹੜੇ ਵੱਡੇ ਲੀਡਰ ਸੀ, ਜਿਵੇਂ ਜੈਨੀ ਸਾਹਿਬ ਦਾ ਲੱਗਦਾ ਸੀ ਕਿ ਜੇ ਇਸ ਕਿਸਮ ਦੀ ਬੋਲ ਰਹੇ ਨੇ ਤਾਂ ਕੱਲ ਨੂੰ ਇਹ ਵੀ ਥਿੜਕ ਸਕਦੇ ਨੇ, ਇਹ ਵੀ ਪਾਰਟੀ ਛੱਡ ਸਕਦੇ ਨੇ। ਤਾਂ ਮੈਨੂੰ ਪਤਾ ਲੱਗਿਆ ਕਿ ਰਾਤੋਂ ਰਾਤ ਜੈਨੀ ਸਾਹਿਬ ਦੇ ਘਰ ਜਿਹੜੀ ਸੈਂਟਰਲ ਲੀਡਰਸ਼ਿਪ ਹੈ, ਉਹਨਾਂ ਨੇ ਆਪਣੇ ਬੰਦੇ ਵੀ ਭੇਜੇ ਸੀ। ਤੇ ਉਸ ਤੋਂ ਬਾਅਦ ਹੀ ਜਿਹੜੇ ਤੁਸੀਂ ਨੋਟ ਕੀਤਾ ਹੋਏਗਾ ਕਿ ਉਹ ਹਰਜੀਤ ਗਰੇਵਾਲ ਹੋਰਾਂ ਨੂੰ ਲੈ ਕੇ ਸਿੱਧੇ ਦਿੱਲੀ ਪਹੁੰਚੇ ਤੇ ਸਿੱਧੀ ਆਪਣੀ ਗੱਲ ਹੈ ਜਿਹੜੀ ਰਾਜਨਾਥ ਸਿੰਘ ਹੋਰਾਂ ਕੋਲੇ ਰੱਖੀ। ਤਾਂ ਇਹ ਤੋਂ ਬਿਨਾਂ ਹੋਰ ਵੀ ਜਿਹੜੇ ਲੀਡਰ ਹੈਗੇ ਨੇ, ਇਸ ਕਿਸਮ ਦੀਆਂ ਕਨਸੋਆਂ ਜਿਹੜੀ ਉਹਨਾਂ ਦੀ ਸਟੇਟ ਦੀ ਲੀਡਰਸ਼ਿਪ ਦੇ ਵਿੱਚੋਂ ਸੈਂਟਰ ਕੋਲ ਫੀਡਬੈਕ ਜਾ ਰਹੀ ਸੀ ਕਿ ਹੋਰ ਵੀ ਲੀਡਰ ਹੈ ਜਿਹੜੇ ਉਹ ਥੜਕ ਸਕਦੇ ਨੇ ਜਾਂ ਦੂਜੇ ਪਾਸੇ ਛਾਲ ਮਾਰ ਸਕਦੇ ਨੇ, ਕਿਉਂਕਿ ਉਹਨਾਂ ਦੀ ਇੱਕ ਸੋਸ਼ਲ ਪ੍ਰੈਸ਼ਰ ਬਣਿਆ ਹੋਇਆ ਸੀ, ਇਸ ਕਿਸਮ ਦਾ ਮਾਹੌਲ ਬਣਿਆ ਹੋਇਆ ਸੀਗਾ ਸਾਰੀ ਸਟੇਟ ਦੇ ਵਿੱਚ ਕਿ ਜਿੱਥੇ ਜਾਂਦੇ ਸੀ ਉਹਨਾਂ ਦਾ ਘਰਾਓ ਕਰ ਲਿਆ ਜਾਂਦਾ ਸੀਗਾ। ਤਾਂ ਇੱਕ ਵੱਡੀ ਗੱਲ ਸਾਡੇ ਦਰਸ਼ਕਾਂ ਨੇ ਸ਼ਾਇਦ ਨੋਟਿਸ ਕੀਤਾ ਹੋਵੇ ਇਸ ਗੱਲ ਦਾ ਕਿ 1-2 ਦਿਨ ਪਹਿਲਾਂ ਜਿਹੜੀ ਸਟੇਟ ਦੀ ਲੀਡਰਸ਼ਿਪ ਹੈ ਭਾਜਪਾ ਦੀ, ਉਹਨਾਂ ਨੇ ਇੱਕ ਨਵੀਂ ਕਾਰਜਕਾਰਨੀ ਦੀ ਜਿਹੜੀ ਸੂਚੀ ਹੈ ਉਹ ਜਾਰੀ ਕੀਤੀ ਹੈ। ਉਹ 'ਚ ਕੁਝ ਚਿਹਰੇ ਨਵੇਂ ਲਏ ਨੇ, ਸਪੈਸ਼ਲ ਇਨੋਵੇਟਿਵ ਬਣਾਏ ਨੇ। ਉਹਨਾਂ ਨੇ ਆਪਣੀ ਤਰਫੋਂ ਇਸ ਕਿਸਮ ਦੇ ਚਿਹਰੇ ਅੱਗੇ ਲਿਆਂਦੇ ਨੇ ਉਸ ਕਾਰਜਕਾਰਨੀ ਦੇ ਵਿੱਚ, ਜਿਹੜੇ ਕਿਸਾਨ ਅੰਦੋਲਨ ਨਾਲ ਥੋੜ੍ਹਾ ਖਹਿ ਸਕਣ ਜਾਂ ਕਾਊਂਟਰ ਕਰ ਸਕਣ, ਜਾਂ ਇਹਨਾਂ ਨੂੰ ਕੁਝ ਬੰਦਿਆਂ ਨੂੰ ਨਾਲ ਜੋੜੀ ਰੱਖਣ ਲਈ, ਜਿਹੜੇ ਬੰਦੇ ਲੱਗਦਾ ਸੀ ਕਿ ਛੱਡ ਸਕਦੇ ਆ ਪਾਰਟੀ ਜਾਂ ਦੂਸਰੀ ਅਕਾਲੀ ਦਲ ਦੇ ਵਿੱਚ ਜਾ ਸਕਦੇ ਆ, ਉਹਨਾਂ ਨੂੰ ਨਾਲ ਜੋੜੀ ਰੱਖਣ ਦੇ ਲਈ ਉਹਨਾਂ ਨੂੰ ਕੁਝ ਨਵੇਂ ਅਹੁਦੇ ਵੀ ਦਿੱਤੇ ਗਏ ਨੇ। ਇਹ ਇਸ ਕਿਸਮ ਦੀਆਂ ਡਿਵੈਲਪਮੈਂਟਾਂ ਚੱਲ ਰਹੀਆਂ ਸੀਗਾ। ਇਹ ਵੀ ਸੁਨੇਹਾ ਹੋ ਸਕਦਾ ਵੀ ਜਿਵੇਂ ਰੋਜ਼ ਅਸਤੀਫੇ ਦਿੱਤੇ ਜਾ ਰਹੇ ਨੇ, ਵੀ ਲੋਕਾਂ ਨੂੰ ਇਹ ਨਾ ਲੱਗੇ ਕਿ ਭਾਜਪਾ ਜਿਹੜੇ ਹੈਗਾ ਆਧਾਰ ਪੰਜਾਬ 'ਚ ਖਤਮ ਹੋ ਰਿਹਾ। ਹਾਂ, ਉਹਦੇ ਨਾਲ ਪਰਮਿੰਦਰ ਇਹ ਸੀ ਕਿ ਮੈਸੇਜ ਗਲਤ ਹੀ ਆਉਂਦਾ ਹੈਗਾ। ਜਦੋਂ ਉੱਪਰੋਂ ਥਲੀ 3-4 ਲੀਡਰ ਤੁਹਾਡੇ ਅਸਤੀਫੇ ਦੇ ਦਿੰਦੇ ਆ, ਤਾਂ ਜਿਹੜੀ ਉਹਦਾ ਮਾੜਾ ਪ੍ਰਭਾਵ ਹੇਠਲੀ ਲੀਡਰਸ਼ਿਪ ਦਾ ਜਿਹੜਾ ਇੱਕ ਨੈਤਿਕ, ਉਹ ਟੁੱਟਦੇ ਨੇ ਅੰਦਰੋਂ, ਉਹਨਾਂ ਤੇ ਅਸਰ ਪੈਂਦਾ, ਉਹਨਾਂ 'ਚ ਇੱਕ ਡਰ ਪੈਂਦਾ ਹੈਗਾ। ਤਾਂ ਉਸ ਨੂੰ ਰੋਕਣ ਲਈ ਇਹ ਕੀਤਾ ਗਿਆ। ਤਾਂ ਸਟੇਟ ਲੀਡਰਸ਼ਿਪ ਦੇ ਭਾਜਪਾ ਨੇ ਹੇਠਾਂ ਤੋਂ ਫੀਡਬੈਕ ਗਈ ਹੈ, ਜਿਹਦਾ ਕਰਕੇ ਉਹਨਾਂ ਨੂੰ ਲੱਗਿਆ ਕਿ ਜਿਹੜੀ ਕੱਲ ਤੱਕ ਬੜੀ ਇੰਨੀ ਹੱਟ ਸੀਗੀ ਉਹਨਾਂ ਦੀ, ਔਰ ਕੱਲ ਹੀ ਜੇ ਤੁਹਾਡੇ ਸਾਹਮਣੇ ਬਿਹਾਰ ਦੇ ਜਿਹੜੇ ਰਿਜ਼ਲਟ ਆਏ ਆ ਇਲੈਕਸ਼ਨ ਦੇ, ਉਹਦੇ 'ਚ ਭਾਜਪਾ ਦਾ ਜਿਹੜਾ ਗਰੂਰ ਹੈ ਉਹ ਵੀ ਵਧਿਆ ਹੈਗਾ। ਤਾਂ ਇਹਨਾਂ ਗੱਲਾਂ ਨੂੰ ਲਾ ਕੇ ਮੀਨ ਟਾਈਮ ਹੀ ਜਿਹੜਾ ਉਹਨਾਂ ਦਾ ਸੱਦਾ ਸਾਨੂੰ ਕਿਸਾਨ ਧਿਰਾਂ ਨੂੰ ਆ ਜਾਂਦਾ ਹੈਗਾ ਕਿ ਤੁਸੀਂ ਗੱਲਬਾਤ ਲਈ ਆਓ। ਤਾਂ ਇਹ ਕੁਝ ਗੱਲਾਂ ਨੇ ਜਿਹਦੇ ਕਰਕੇ ਉਹਨਾਂ ਤੇ ਇੱਕ ਪ੍ਰੈਸ਼ਰ ਬਿਲਡ ਹੋਇਆ, ਔਰ ਕਿਸਾਨਾਂ ਦੀ ਮੂਵਮੈਂਟ ਦਾ ਵੱਡਾ ਪ੍ਰੈਸ਼ਰ ਬਿਲਡ ਹੋਇਆ, ਕਿਉਂਕਿ ਉਹਦੀ ਬਦੌਲਤ ਹੀ ਹੋਇਆ ਹੈਗਾ। ਹੁਣ ਜਿਹੜੀ ਸੈਕਿੰਡ ਗੱਲ ਹੈਗੀ ਹੈ ਕਿ ਇਹਦੇ ਵਿੱਚੋਂ ਕੀ ਨਿਕਲੇਗਾ ਕੀ। ਹੁਣ ਜਿਹੜੀ ਇਹ ਪਹਿਲਾਂ ਤਾਂ ਆਪਾਂ ਸਾਂਝੀ ਕਰਨੀ ਬਣਦੀ ਹੈਗੀ ਕਿ ਜਿਹੜੀ 13 ਤਰੀਕ ਨੂੰ ਇਹ ਮੀਟਿੰਗ ਹੈ ਜਿਹੜੀ ਦਿੱਲੀ ਦੇ ਵਿੱਚ ਹੋ ਰਹੀ ਹੈ ਕਿਸਾਨਾਂ ਨਾਲ, ਜਿਹਦੇ ਵਿੱਚ ਸਾਡੇ ਖੇਤੀ ਮੰਤਰੀ ਨਰਿੰਦਰ ਤੋਮਰ ਸ਼ਾਮਲ ਹੋਣਗੇ, ਸਾਡੇ ਜਿਹੜੇ ਰੇਲਵੇ ਮਿਨਿਸਟਰ ਹੈ ਪਿਊਸ਼ ਗੋਇਲ ਉਹ ਉਹਦੇ ਵਿੱਚ ਸ਼ਾਮਲ ਹੋਣਗੇ, ਤੇ ਸਾਡੀਆਂ ਜਿਹੜੀ ਪੰਜਾਬ ਦੀ 29 ਕਿਸਾਨ ਧਿਰਾਂ ਹੈ ਇਹਨਾਂ ਨੂੰ ਉੱਥੇ ਦਿੱਲੀ ਦੇ ਵਿੱਚ 13 ਤਰੀਕ ਨੂੰ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਜਿਹੜੀ ਕਾਲ ਕੀਤੀ, ਬੁਲਾਇਆ ਗਿਆ। ਪਰ ਉਦੋਂ ਪਹਿਲਾਂ ਇਹ ਧਿਰਾਂ ਜਿਹੜੀਆਂ ਉੱਥੇ ਜਾਣਗੀਆਂ ਜਾਂ ਇਹਨਾਂ ਦਾ ਕੀ ਫੈਸਲਾ ਹੋਏਗਾ ਇਹ ਹਜੇ ਡਿਸਾਈਡ ਕੱਲ ਹੋਣਾ। ਕਿਸਾਨ ਭਵਨ ਦੇ ਵਿੱਚ ਕੱਲ ਨੂੰ ਇਹਨਾਂ ਧਿਰਾਂ ਨੇ ਮੀਟਿੰਗ ਕਾਲ ਕੀਤੀ ਹੋਈ ਹੈ, ਔਰ ਉਸ ਮੀਟਿੰਗ ਤੋਂ ਪਹਿਲਾਂ ਹੀ ਇੱਕ ਜਿਹੜੀ ਕਿਸਾਨ ਧਿਰ ਹੈ ਜਿਨ੍ਹਾਂ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ, ਉਹਨਾਂ ਨੇ ਅੱਜ ਇੱਕ ਆਪਣੀ ਸਟੇਟਮੈਂਟ ਵੀ ਦਿੱਤੀ ਹੈ ਕਿਸੇ ਚੈਨਲ ਤੇ। ਉਹਨਾਂ ਨੇ ਕਿਹਾ ਕਿ ਸਾਨੂੰ ਫੇਰ ਹੀ ਗੱਲਬਾਤ ਲਈ ਜਾਣਾ ਚਾਹੀਦਾ ਹੈ ਕਿ ਉਸ ਤੋਂ ਪਹਿਲਾਂ ਜਿਹੜੀਆਂ ਗੁੱਡਸ ਟ੍ਰੇਨ ਹੈ ਉਹ ਚਲਾਈਆਂ ਜਾਣੀਆਂ ਚਾਹੀਦੀਆਂ। ਪਹਿਲਾਂ ਇੱਕ ਸੈਂਟਰ ਇੱਕ ਆਪਣਾ ਜੈਸਚਰ ਦੇਵੇ ਤਾਂ ਕਿ ਇੱਕ ਗੱਲਬਾਤ ਦਾ ਜਿਹੜਾ ਮਾਹੌਲ ਹੈ ਉਹ ਸੁਖਾਵੇਂ ਮਾਹੌਲ ਦੇ ਵਿੱਚ ਗੱਲਬਾਤ ਹੋ ਸਕੇ। ਸਾਨੂੰ ਇੱਕ ਤਰ੍ਹਾਂ ਦਾ ਸੈਂਟਰ ਤੇ ਇੱਕ ਭਰੋਸਾ ਆਵੇ, ਕਿਉਂਕਿ ਪਹਿਲਾਂ ਸੈਂਟਰ ਹੈ ਜਿਹੜਾ ਭਰੋਸਾ ਤੋੜ ਬੈਠਾ 2 ਵਾਰੀ। ਜਦੋਂ ਸੈਕਟਰੀ ਪੱਧਰ ਦੀ ਗੱਲਬਾਤ ਆਈ, ਦੂਸਰੀ ਤਰਫ ਜਦੋਂ ਲੱਗਦਾ ਸੀ ਕਿ ਵਜ਼ੀਰ ਉਹਦੇ ਵਿੱਚ ਸ਼ਾਮਲ ਹੋਣਗੇ, ਉਦੋਂ ਨਹੀਂ ਹੋਏ। ਤਾਂ ਲੋਕਾਂ ਨੂੰ, ਸਾਡਿਆਂ ਨੂੰ, ਜਿਹੜੀ ਕਿਸਾਨ ਧਿਰਾਂ ਨੂੰ ਲੱਗਦਾ ਉਹਨਾਂ ਨੂੰ ਇੱਕ ਭਰੋਸਾ ਨਹੀਂ ਬਚ ਰਿਹਾ।
ਤੁਹਾਨੂੰ ਲੱਗਦਾ ਗੁੱਡਸ ਟ੍ਰੇਨ ਚਲਾਈਆਂ। ਤਾਂ ਇਹ ਵੀ ਇੱਕ ਜਿਹੜਾ ਡਿਬੇਟ ਵਾਲਾ ਕੁਐਸਚਨ ਹੋਏਗਾ ਕੱਲ ਦੀ ਮੀਟਿੰਗ ਦੇ ਵਿੱਚ, ਕਿ ਸੈਂਟਰ ਦੇ ਨਾਲ ਗੱਲਬਾਤ ਸਿੱਧੇ ਰੂਪ ਦੇ ਵਿੱਚ ਜਾ ਕੇ ਕਰਨੀ ਹੈ, ਜਾਂ ਉਸ ਤੋਂ ਪਹਿਲਾਂ ਜਿਹੜਾ ਟ੍ਰੇਨਾਂ ਵਾਲਾ ਇਸ਼ੂ ਹੈ ਕਿ ਪਹਿਲਾਂ ਮਾਲ ਗੱਡੀਆਂ ਚਲਾਈਆਂ ਜਾਣ, ਉਸ ਤੋਂ ਬਾਅਦ ਉਹ ਪਹਿਲਾਂ ਕਲੀਅਰ ਹੋਏਗਾ, ਫਿਰ ਇਹ ਤੇ ਕੱਲ ਨੂੰ ਸਹਿਮਤੀ ਬਣਦੀ ਹੈ। ਤੇ ਜੇ ਇਹ ਧਿਰਾਂ ਉੱਥੇ ਜਾਂਦੀਆਂ ਨੇ ਤਾਂ ਉਦੋਂ ਬਾਅਦ ਇਹ ਹੋਏਗਾ ਕਿ ਇਹ ਤਾਂ ਆਪਾਂ ਜਿਵੇਂ ਤੁਸੀਂ ਕਿਹਾ ਕਿ ਇਹਦੇ ਕੀ ਰਿਜ਼ਲਟ ਨਿਕਲਣਗੇ, ਇਹਦੇ ਵਿੱਚ ਫੌਰੀ ਰਿਜ਼ਲਟ ਨਿਕਲਣ ਵਾਲੀ ਕੋਈ ਵੀ ਗੱਲ ਨਹੀਂ ਹੋਏਗਾ। ਦੇਖੋ ਸੈਂਟਰ ਇਹਨਾਂ ਤੋਂ ਇੱਕ ਗੱਲ ਡਿਮਾਂਡ ਕਰ ਸਕਦਾ ਹੈਗਾ ਕਿ ਤੁਸੀਂ ਆਪਣੀਆਂ ਮਾਲ ਗੱਡੀਆਂ ਦੀ ਤਾਂ ਪਹਿਲਾਂ ਹੀ ਕਿਹਾ ਹੈ ਵੀ ਅਸੀਂ ਵੀ ਚੱਲਣ ਦੇ ਦੇਵਾਂਗੇ, ਤੇ ਤੁਸੀਂ ਜਿਹੜੀ ਯਾਤਰੀ ਗੱਡੀਆਂ ਨੇ ਉਹਨਾਂ ਲਈ ਵੀ ਖੁੱਲ੍ਹ ਦੇਵੋ। ਤੇ ਦੂਸਰਾ ਇਹ ਕਰ ਸਕਦਾ ਕਿ ਜਦੋਂ ਹੁਣ ਆਪਾਂ ਗੱਲਬਾਤ ਤੋਰ ਲਈ ਟੇਬਲ ਤੇ ਬੈਠ ਗਏ ਆ, ਤੇ ਤੁਸੀਂ ਜਿਹੜਾ ਆਪਣਾ ਅੰਦੋਲਨ ਹੈ ਉਸ ਨੂੰ ਖਤਮ ਕਰੋ। ਤੇ ਕਿਸਾਨਾਂ ਤਰਫੋਂ ਇਹ ਗੱਲ ਆਏਗੀ ਕਿ ਜਿਹੜੇ ਤੁਸੀਂ ਪਹਿਲਾਂ ਗੁੱਡਸ ਟ੍ਰੇਨ ਆ ਜਿਹੜੀਆਂ ਉਹਨਾਂ ਨੂੰ ਚਾਲੂ ਕਰੋ, ਇੱਕ ਮਾਹੌਲ ਸਖਾਵਾਂ ਬਣਾਓ। ਇਨ ਕੇਸ ਜੇ ਜਾਂਦੇ ਨੇ ਕੱਲ ਨੂੰ ਪਰਸੋਂ ਮੀਟਿੰਗ ਲਈ ਸਹਿਮਤੀ ਬਣਦੀ ਹੈ, ਤਾਂ ਮੈਂ ਇਹ ਗੱਲ ਕਰ ਰਿਹਾ ਕਿ ਫਰਦਰ ਕੀ ਹੋ ਸਕਦਾ ਹੈਗਾ। ਤਾਂ ਇਹ ਕਹਿ ਸਕਦੇ ਨੇ ਕਿ ਤੁਸੀਂ ਜੀ ਹਜੇ ਆਪਣੀਆਂ ਜਿਹੜੀਆਂ ਮਾਲ ਗੱਡੀਆਂ ਉਹਨੂੰ ਚਲਾਓ, ਤੇ ਫਿਰ ਅਸੀਂ ਵਿਚਾਰ ਲਾਂਗੇ ਆਪਣੀ ਮੀਟਿੰਗ ਦੇ ਵਿੱਚ ਕਿ ਅਗਲਾ ਅਸੀਂ ਡਿਸੀਜਨ ਕੀ ਲੈਣਾ ਹੈਗਾ। ਤੇ ਜਿੱਥੋਂ ਤੱਕ ਮੈਨੂੰ ਲੱਗਦਾ ਹੈਗਾ ਕਿ ਕਿਸਾਨ ਧਿਰਾਂ ਕਿਸੇ ਵੀ ਸੂਰਤ ਦੇ ਵਿੱਚ ਆਪਣਾ ਜਿਹੜਾ ਅੰਦੋਲਨ ਹੈ ਉਹ ਮੁਲਤਵੀ ਨਹੀਂ ਕਰਨਗੀਆਂ। ਅੰਦੋਲਨ ਮੁਲਤਵੀ ਕਰਨ ਦਾ ਮਤਲਬ ਹੈਗਾ ਕਿ ਉਹਨਾਂ ਦੇ ਹੇਠ ਅਸੀਂ ਲੱਗ ਜਾਣਾ, ਕਿ ਸਾਡੀ ਜਿਹੜੀ ਕਿ 49 ਦਿਨਾਂ ਦੀ ਚੱਲਦੀ ਮੂਵਮੈਂਟ ਹੈ ਉਹਨੂੰ ਖੂਹ ਖਾਤੇ ਪਾ ਦੇਣਾ। ਤਾਂ ਇਹ ਵੀ ਗੱਲ ਹੈਗਾ ਕਿ ਪਹਿਲੀ ਮੀਟਿੰਗ ਦੇ ਵਿੱਚ ਕੁਝ ਵੀ ਨਿਕਲਣ ਵਾਲਾ ਨਹੀਂ ਹੈਗਾ। ਪਹਿਲੀ ਮੀਟਿੰਗ ਦੇ ਵਿੱਚ ਜਿਹੜੇ ਸੈਂਟਰ ਦੇ ਮੰਤਰੀ ਹੈ ਉਹ ਸਿਰਫ ਸਾਡੀ ਜਿਹੜੀ ਕਿਸਾਨ ਆਗੂ ਨੇ ਉਹਨਾਂ ਨੂੰ ਸਿਰਫ ਸੁਣਿਆ ਜਾਏਗਾ। ਦੂਸਰੀ ਤਰਫ ਉਹ ਇਸ ਗੱਲ ਤੋਂ ਇਨਕਾਰੀ ਹੋਣਗੇ ਕਿ ਇਸ ਵਿੱਚ ਕੁਝ ਵੀ ਨਵਾਂ ਇਦਾਂ ਦਾ ਹੋਣ ਵਾਲਾ ਨਹੀਂ ਕਿ ਜਿਹਦੇ ਨਾਲ ਕਿਸਾਨਾਂ ਨੂੰ ਸੱਟ ਲੱਗਦੀ ਹੋਵੇ। ਖਾਸ ਕਰਕੇ ਜਿਵੇਂ MSP ਦੇ ਮੁੱਦੇ ਤੇ ਅਸੀਂ ਉਹਨਾਂ ਤੋਂ ਇੱਕ ਲੀਗਲ ਗਰੰਟੀ ਮੰਗਾਂਗੇ, ਤੇ ਉਹ ਸਾਨੂੰ ਕਹਿਣਗੇ ਕਿ ਇਹਦੇ ਵਿੱਚ ਕੋਈ ਅਸੀਂ ਖਤਮ ਹੀ ਨਹੀਂ ਕਰ ਰਹੇ। ਜਦੋਂ ਤਾਂ ਪਹਿਲੀਆਂ ਜਿਹੜੀਆਂ 2-3 ਮੀਟਿੰਗਾਂ ਨੇ ਉਹ ਇਸ ਕਿਸਮ ਦਾ ਹੀ ਮਾਹੌਲ ਰਹੇਗਾ। ਇਹਦੇ ਵਿੱਚੋਂ ਕੁਝ ਜਲਦੀ ਨਿਕਲਣ ਵਾਲਾ ਨਹੀਂ ਹੈਗਾ, ਕਿਉਂਕਿ ਜੇ ਵੀ ਕੋਈ ਫੈਸਲਾ ਵੀ ਹੁੰਦਾ ਹੈ ਇਹਦੇ ਵਿੱਚ ਪਰਮਿੰਦਰ, ਤਾਂ ਉਹ ਇੱਕ ਪੋਲੀਟੀਕਲ ਕੈਲਕੂਲੇਸ਼ਨ ਦੇ ਨਾਲ ਹੋਏਗਾ। ਕਿਉਂਕਿ ਪੰਜਾਬ ਦੇ ਵਿੱਚ BJP ਹੈ ਜਿਹੜੀ ਉਹ ਬੁਰੀ ਤਰ੍ਹਾਂ ਡੈਮੇਜ ਹੋ ਚੁੱਕੀ ਹੈ। ਇੱਕ ਆਪਾਂ ਕਹਿ ਦਈਏ ਕਿ ਲੋਕਾਂ ਦੇ ਨੱਕਾਂ ਬੁੱਲਾਂ ਤੋਂ ਲੈ ਚੁੱਕੀ ਹੈਗੀ ਹੈ। ਤਾਂ ਉਹਨਾਂ ਨੇ ਉਹ ਰਿਵਾਈਵਲ ਵੀ ਕਰਨੀ ਹੈ BJP ਨੇ, ਤਾਂ ਉਹ ਟੋਟਲੀ ਪੋਲੀਟੀਕਲ ਨਜ਼ਰੀਏ ਤੋਂ ਇਹ ਫੈਸਲਾ ਲਿਆ ਜਾਣਾ, ਕੈਲਕੂਲੇਟ ਕੀਤਾ ਜਾਏਗਾ। ਹੁਣ ਜੇ ਪਹਿਲੇ ਸੱਟੇ ਉਹ ਸੈਂਟਰ ਗਵਰਨਮੈਂਟ ਇਸ ਗੱਲ ਦੀ ਡਿਮਾਂਡ ਮੰਨ ਲੈਂਦੀ ਹੈ ਕਿ ਠੀਕ ਹੈ ਜੀ ਅਸੀਂ ਵਿਚਾਰ ਕਰ ਲੈਂਦੇ ਹਾਂ, ਤੁਹਾਡਾ ਕਰ ਦਿੰਦੇ ਹਾਂ, ਚਾਹੇ MSP ਦਾ ਕਿਉਂ ਨਾ ਹੋਵੇ ਇਕੱਲੀ ਦਾ, ਤਾਂ ਉਹਦੇ ਨਾਲ ਇਹ ਮੈਸੇਜ ਆਏਗਾ ਕਿ ਜਿਹੜਾ ਸੈਂਟਰ ਗਵਰਨਮੈਂਟ ਆ ਉਹ ਇੱਕ ਪ੍ਰੈਸ਼ਰ ਦੇ ਤਹਿਤ ਕਰ, ਕਿਉਂਕਿ ਪਹਿਲੀ ਮੀਟਿੰਗ 'ਚ ਜੇ ਉਹ ਕੋਈ ਫੈਸਲਾ ਇਦਾਂ ਪ੍ਰਵਾਨ ਕਰ ਲੈਣਗੇ ਤਾਂ ਗਲਤ ਸਿਗਨਲ ਜਾਏਗਾ। ਤਾਂ ਇਹਦੇ ਵਿੱਚ ਇੱਕ ਕਿਸਾਨਾਂ ਦੀ ਜਿੱਤ ਹੋਏਗੀ ਕਿ ਉਹ ਝੁੱਕ ਕੇ ਕਰ ਰਹੇ ਨੇ, ਲਮਕਾਉਣਗੇ ਇਸ ਨੂੰ ਦੂਜੀ ਤੀਜੀ ਮੀਟਿੰਗ ਦੇ ਵਿੱਚ, ਉਹਦੇ ਵਿੱਚ ਜਾ ਕੇ MSP ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸ਼ੇਪ ਦੇ ਸਕਦੇ ਨੇ ਕਿ ਅਸੀਂ ਤੁਹਾਡੀ ਇਹ ਗੱਲ ਮੰਨ ਲੈਣਗੇ। ਉਦੋਂ ਮੈਸੇਜ ਇੱਕ ਇਹ ਸੁਨੇਹਾ ਦਿੱਤਾ ਜਾਏਗਾ ਕਿ ਸਾਡੀ ਇਹ ਫਰਾਖ ਦਿਲੀ ਹੈ, ਕਿ ਪੰਜਾਬ ਨਾਲ ਸਾਡਾ ਖਾਸ ਤਿਉ ਹੈ ਕਿਸੇ ਕਿਸਮ ਦਾ, ਕਿ ਪੰਜਾਬ ਦੀ ਕੰਟਰੀਬਿਊਸ਼ਨ ਇੰਨੀ ਹੈ ਕਿਸਾਨੀ ਦੀ, ਜਵਾਨੀ ਦੀ, ਤੇ ਸਾਡੇ ਸੈਨਿਕਾਂ ਦੀ, ਬਾਰਡਰ ਸਟੇਟ ਹੈ। ਇਸ ਕਿਸਮ ਦਾ ਮਤਲਬ ਦੱਸਿਆ ਜਾਏਗਾ ਲੋਕਾਂ ਨੂੰ ਕਿ ਦੂਜੀਆਂ ਸਟੇਟਾਂ ਵੀ ਦੇਖੋ ਜੀ ਸਾਨੂੰ ਤੰਗ ਕਰਨਗੀਆਂ, ਕਿ ਉੱਥੋਂ ਦੇ ਕਿਸਾਨ ਵੀ ਉੱਠ ਸਕਦੇ ਨੇ ਕਿ ਸਾਡੇ ਲਈ ਵੀ ਆ ਕਰੋ, ਸਾਡੇ ਲਈ ਪ੍ਰੋਬਲਮਾਂ ਬੜੀਆਂ ਨੇ ਪਰ ਅਸੀਂ ਤੁਹਾਡਾ ਪੰਜਾਬ ਦਾ ਇਹ ਕਰ ਰਹੇ ਹਾਂ, ਇਹ ਸਾਡਾ ਵੱਡਾ ਦਿਲ ਹੈ। ਮਤਲਬ ਉਹਦੇ ਵਿੱਚੋਂ ਪੋਲੀਟੀਕਲੀ ਗੇਨ ਕਰਨ ਦੀ ਕੋਸ਼ਿਸ਼ ਕਰਨਗੇ। ਤਾਂ ਇਹ ਹੁਣ ਸਾਰੀਆਂ ਨਜ਼ਰਾਂ ਪਹਿਲਾਂ ਤਾਂ ਸਾਡੀਆਂ ਕੱਲ੍ਹ ਵਾਲੀ ਜਿਹੜੀ ਮੀਟਿੰਗ ਹੈ 29 ਕਿਸਾਨ ਧਿਰਾਂ ਦੀ ਉਹ 'ਤੇ ਲੱਗੀਆਂ ਵੀ ਉਹ ਕੀ ਫੈਸਲਾ ਕਰਦੀਆਂ ਨੇ। ਜੇ ਉੱਥੇ ਰਜ਼ਾਮੰਦੀ ਇਸ ਗੱਲ ਦੀ ਹੁੰਦੀ ਹੈ ਕਿ ਅਸੀਂ ਮੀਟਿੰਗ ਕਰਨੀ ਹੈ ਤਾਂ ਫਿਰ ਸਾਡਾ ਜਿਹੜੀ ਧਿਆਨ ਰਹੇਗਾ ਸਾਰੇ ਪੂਰੇ ਆਪਣੇ ਨੇਸ਼ਨ ਦਾ, ਮੁਲਕ ਦਾ, ਕਿ ਉਸ ਮੀਟਿੰਗ ਦੇ ਵਿੱਚੋਂ ਕੀ ਨਿਕਲਦਾ ਹੈ। ਅੱਛਾ, ਜਿਹੜੀ ਹੁਣ ਕੇਂਦਰ ਨਾਲ ਮੀਟਿੰਗ ਹੋਣ ਜਾ ਰਹੀ ਹੈ, ਇਹਦੇ ਪਿੱਛੇ ਪੰਜਾਬ ਦੀਆਂ ਸਿਆਸੀ ਧਿਰਾਂ ਦੀ ਕੀ ਭੂਮਿਕਾ ਰਹੀ, ਇਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ। ਦੇਖੋ ਪਰਮਿੰਦਰ, ਸਿਆਸੀ ਧਿਰਾਂ ਦੀ ਤਾਂ ਇੱਕ ਮਜਬੂਰੀ ਹੈਗੀ ਹੈ। ਸਿਆਸੀ ਧਿਰਾਂ ਆਪਸ ਤਾਂ ਸਕੀਆਂ ਹੋ ਸਕਦੀਆਂ ਨੇ। ਕਿਸਾਨ ਅੰਦੋਲਨ ਦੇ ਵਿੱਚ ਆਪਾਂ ਜਿਵੇਂ ਹੁਣ ਕੈਪਟਨ ਅਮਰਿੰਦਰ ਸਿੰਘ ਆਪਣਾ ਰਵੱਈਆ ਦਿਖਾ ਰਹੇ ਹੈਗੇ ਨੇ, ਕਿੰਨਾ ਮੋਹ ਦਿਖਾ ਰਹੇ ਨੇ, ਉਧਰੋਂ ਸਾਡੇ ਅਕਾਲੀ ਦਲ ਕਿੰਨਾ ਪਿਆਰ ਦਿਖਾ ਰਿਹਾ ਹੈਗਾ, ਆਪ ਵਾਲੇ ਤਾਂ ਮਣਾ ਮੂੰਹ ਹੀ ਦਿਖਾ ਰਹੇ ਨੇ। ਤਾਂ ਮਤਲਬ ਇਹ ਸਾਨੂੰ ਇਹ ਵਹਿਮ ਨਹੀਂ ਹੈਗਾ, ਕਿਸਾਨ ਧਿਰਾਂ ਨੂੰ ਵੀ ਇਹ ਵਹਿਮ ਨਹੀਂ ਹੈਗਾ ਕਿ ਇਹ ਕਿਉਂ ਦਿਖਾ ਰਹੇ ਨੇ, ਕਿਉਂਕਿ ਸਾਡੇ ਇਲੈਕਸ਼ਨ ਹੋਣ ਵਾਲੀ ਹੈ। ਜਿਹੜੇ ਸਾਡੇ ਗੁਆਂਢੀ ਸੂਬਾ ਹਰਿਆਣਾ ਹੈ, ਉੱਥੋਂ ਦੇ ਖੱਟੜ ਦਾ ਕੀ ਵਿਵਹਾਰ ਹੈ, ਉੱਥੇ ਕਿਸਾਨਾਂ 'ਤੇ ਕਿੰਨੇ ਪਰਚੇ ਹੋ ਗਏ ਨੇ, ਸਾਡੇ ਕਿਉਂ ਨਹੀਂ ਪਰਚੇ ਹੋ ਰਹੇ, ਕਿਉਂਕਿ ਸਾਡਾ ਨਜ਼ਰੀ ਸਾਡੇ ਕੋਲ ਸਿਰਫ ਫੌਰੀ ਜਿਹੜਾ ਹੈਗਾ ਅਗਲੇ 2022 ਹੈਗਾ। ਇਸ ਕਰਕੇ ਪੋਲੀਟੀਕਲ ਪਾਰਟੀਆਂ ਕਦੇ ਵੀ ਜਿਹੜੀਆਂ ਕਿਸਾਨਾਂ ਦੀਆਂ ਸਕੀਆਂ ਨਹੀਂ ਹੋ ਸਕਦੀਆਂ, ਪਰ ਇਹ ਉਹਨਾਂ ਦੀ ਪੋਲੀਟੀਕਲ ਮਜਬੂਰੀ ਹੈਗੀ ਹੈ। ਤੁਸੀਂ ਦੇਖਿਆ ਹੋਏਗਾ ਕਿ ਪਿਛਲੇ ਦਿਨਾਂ ਦੇ ਵਿੱਚ ਕਿਸਾਨ ਤਾਂ ਆਪਣੀ ਜਿਹੜੀ ਮੂਵਮੈਂਟ ਨੂੰ ਪੀਕ ਤੇ ਲੈ ਕੇ ਗਏ ਨੇ, ਲੜਾਈ ਲੜ ਰਹੇ ਨੇ। ਉਸ ਤੋਂ ਪਹਿਲਾਂ ਹੀ ਸਾਡੇ ਜਿਹੜੇ ਚੀਫ ਮਿਨਿਸਟਰ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ
ਇਹ ਗੱਲ ਪ੍ਰਚਾਰ ਕਰਨੀ ਸ਼ੁਰੂ ਕਰ ਦਿੱਤੀ ਕਿ ਜੀ ਬਲੈਕ ਆਊਟ ਹੋ ਜਾਏਗਾ। ਤੇ ਤੁਸੀਂ ਦੱਸੋ ਪਰਮਿੰਦਰ, ਆਪਾਂ ਵੀ ਤੁਸੀਂ ਵੀ ਖਬਰਾਂ ਨਿਤ ਦੇਖਦੇ ਹੈਗੇ ਹੋ, ਲਾਉਂਦੇ ਹੈਗੇ ਹੋ, ਤਾਂ ਦੇਖੋ ਕਿੱਥੇ ਅੱਜ ਤੱਕ ਕੀ ਨੌਬਤ ਆਈ ਹੈ ਪੰਜਾਬ ਦੇ ਵਿੱਚ। ਕੋਈ ਇਸ ਕਿਸਮ ਦਾ ਕ੍ਰਾਈਸਿਸ ਬਣਿਆ ਹੈ ਕਿ ਨਹੀਂ? ਆਰਾਮ ਨਾਲ ਚੱਲ ਰਿਹਾ ਆਰਾਮ ਨਾਲ ਸਾਰਾ ਕੁਝ ਚੱਲ ਰਿਹਾ ਹਜੇ ਤੱਕ। ਸਾਡੇ ਕੋਲ ਆਪਸ਼ਨ ਵੀ ਹੈਗੇ ਨੇ ਕਿ ਅਸੀਂ ਨੈਸ਼ਨਲ ਗ੍ਰਿਡ ਦੇ ਵਿੱਚੋਂ ਬਿਜਲੀ ਲੈ ਸਕਦੇ ਹਾਂ। ਇੱਕ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਸਿਆਸੀ ਤੌਰ ਤੇ ਵੀ, ਕਿ ਇੱਕ ਮਾਹੌਲ ਬਣਤਾ ਕਿ ਜੀ ਤੁਸੀਂ ਮਾਲ ਗੱਡੀਆਂ ਚਲਾਓ। ਅਸੀਂ ਸੈਂਟਰ ਕੋਲ ਖੁਦ ਚਲੇ ਗਏ ਉੱਥੇ, ਅਸੀਂ ਸੈਂਟਰ ਤੋਂ ਕਿੱਥੇ ਤਾਂ ਦਾਬੇ ਨਾ ਜਾਣਾ ਸੀ ਕਿ ਸਾਡੀਆਂ ਮਾਲ ਗੱਡੀਆਂ ਚਲਾਓ, ਕਿੱਥੇ ਅਸੀਂ ਸਾਡੀ ਜਿਹੜੀ ਸਟੇਟ ਕਾਂਗਰਸ ਹੈ ਉਹਨੇ ਇੱਕ ਮਾਹੌਲ ਹੀ ਕ੍ਰੀਏਟ ਕਰਤਾ ਕਿ ਅਸੀਂ ਨੀਵੇਂ ਹੋ ਗਏ, ਅਸੀਂ ਮਿੰਨਤਾਂ ਕਰ ਰਹੇ ਕਿ ਸਾਡੀ ਸਟੇਟ ਹੈ ਜਿਹੜੀ ਮਰ ਜਾਏਗੀ। ਕਿੱਥੇ ਥੋੜੀ ਸਾਨੂੰ ਤੜ ਰੱਖਣੀ ਜ਼ਰੂਰੀ ਸੀਗੀ। ਤੇ ਦੂਸਰਾ ਆਪਾਂ ਜੇ ਦੇਖੀਏ ਤਾਂ ਪਰਮਿੰਦਰ 15 ਨਵੰਬਰ ਜਿਹੜੀ ਆ ਰਹੀ ਹੈ, ਤਾਂ ਇਹਦੇ ਵਿੱਚ ਝਾਰਖੰਡ ਦਾ ਜਿਹੜਾ ਸਥਾਪਨਾ ਦਿਵਸ ਹੈ ਰਾਜ ਦਾ, ਉੱਥੋਂ ਦੀ ਸਟੇਟ ਦਾ, ਤੇ ਉੱਥੋਂ ਦੇ ਜਿਹੜੇ ਚੀਫ ਮਿਨਿਸਟਰ ਹੈ ਉਹਨੇ ਅਨਾਉਂਸ ਕੀਤਾ ਹੈ ਥੋੜੇ ਦਿਨ ਪਹਿਲਾਂ ਹੀ ਕਿ ਮੈਂ ਆਪਣਾ ਜਿਹੜਾ ਸਥਾਪਨਾ ਦਿਵਸ ਦੇ ਮੌਕੇ ਤੇ ਜਿਹੜੀ ਸਾਡੀ ਸਟੇਟ ਦੇ ਕਿਸਾਨ ਹੈ ਉਹਨਾਂ ਨੂੰ ਪੈੜੀ ਦੇ ਉੱਪਰ 182 ਰੁਪਏ ਬੋਨਸ ਦੇਵਾਂਗਾ ਮੈਂ ਸਟੇਟ ਦੀ ਤਰਫੋਂ। ਇਵੇਂ ਜਿਵੇਂ ਜੋ ਕੇਰਲਾ ਵਾਲਿਆਂ ਦੇ ਸਟੇਟ ਦਾ ਸਥਾਪਨਾ ਦਿਵਸ ਸੀਗਾ 1 ਨਵੰਬਰ ਨੂੰ, ਉਹਨਾਂ ਨੇ ਫਲਾਂ ਔਰ ਸਬਜ਼ੀਆਂ ਦੇ ਉੱਪਰ MSP ਦੇਣ ਦਾ ਐਲਾਨ ਕੀਤਾ। ਤੇ ਜਦੋਂ ਪੰਜਾਬ ਦਾ ਸਥਾਪਨਾ ਦਿਵਸ ਸੀ 1 ਨਵੰਬਰ ਨੂੰ, ਅਸੀਂ ਕਿਸਾਨਾਂ ਨੂੰ ਤਾਂ ਕੀ ਦੇਣਾ ਸੀਗਾ, ਜਿਹੜਾ ਭਾਸ਼ਾ ਵਿਭਾਗ ਹੈ ਜਿਹੜਾ ਸੈਲੀਬ੍ਰੇਟ ਕਰਦਾ ਹੈ ਉਹਨੂੰ 5 ਪੈਸੇ ਵੀ ਨਹੀਂ ਦਿੱਤੇ। ਉੱਥੋਂ ਦੇ ਮੁਲਾਜ਼ਮ ਜਿਹੜੇ ਆਪਦੇ ਪੱਲਿਓਂ ਪੈਸੇ ਪਾ ਕੇ ਇਹਨੂੰ ਸੈਲੀਬ੍ਰੇਟ ਕਰਦੇ ਨੇ। ਤਾਂ ਇਹ ਨਜ਼ਰੀਆ ਹੈ ਸਾਡੀ ਗਵਰਨਮੈਂਟ ਦਾ, ਸਟੇਟ ਨੂੰ ਵੀ ਥੋੜਾ ਜੈਸਚਰ ਦਿਖਾਉਣਾ ਚਾਹੀਦਾ ਹੈ ਪ੍ਰੈਕਟੀਕਲੀ। ਇਹ ਨਹੀਂ ਕਿ ਠੀਕ ਹੈ ਕਿ ਖੇਤੀ ਸੋਧ ਬਿੱਲ ਹੈ ਜਿਹੜੇ ਪਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਧੀਆ ਸੁਨੇਹਾ ਦਿੱਤਾ ਨੈਸ਼ਨਲ ਲੈਵਲ ਤੇ ਕਿ ਉਹਨਾਂ ਨੂੰ ਸਟੇਟ ਨੂੰ ਜਿਹੜੀ ਸੈਂਟਰ ਗਵਰਨਮੈਂਟ ਨੂੰ ਇੱਕ ਚੁਣੌਤੀ ਦਿੱਤੀ ਹੈ ਕਿ ਸਾਨੂੰ ਇਹ ਪ੍ਰਵਾਨ ਨਹੀਂ ਹੈਗੇ ਨੇ। ਪਰ ਚੰਗਾ ਹੁੰਦਾ ਕਿ ਜੇ ਹੋਰ ਐਂਗਲਾਂ ਤੋਂ ਵੀ ਕਿਸਾਨਾਂ ਦੀ ਬਾਂਹ ਫੜੀ ਜਾਂਦੀ। ਤੇ ਅਕਾਲੀ ਦਲ ਦੇ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਨੇ, ਉਹਨਾਂ ਨੇ ਤਾਂ ਕੱਲ ਕਿਹਾ ਹੈਗਾ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਕਿ ਸੈਂਟਰ ਤੇ ਜਿਹੜੇ ਸਟੇਟ ਹੈ ਜੀ ਉਹ ਫਰੈਂਡਲੀ ਮੈਚ ਖੇਡ ਰਹੇ ਨੇ। ਪਰ ਮੈਨੂੰ ਤਾਂ ਪਿਛਲੇ ਦਿਨਾਂ ਤੋਂ ਇਹ ਲੱਗ ਰਿਹਾ ਸੀ ਵੀ ਸ਼ਾਇਦ ਆਉਂਦੇ ਦਿਨਾਂ 'ਚ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਸਮੁੱਚਾ ਸਮੇਤ ਹਰਸਿਮਰਤ ਕੌਰ ਬਾਦਲ ਸ਼ਾਇਦ ਦਿੱਲੀ ਜਾ ਕੇ, ਮੈਂ ਕਿਹਾ ਵੀ ਮੋਦੀ ਨੂੰ ਸ਼ਾਇਦ ਉੱਥੇ ਨਾ ਬੈਠਣ ਜਾ ਕੇ, ਮੈਨੂੰ ਲੱਗਦਾ ਸੀਗਾ ਕਿ ਵੀ ਸ਼ਾਇਦ ਜਾਣਗੇ। ਅਗਰ ਇਹ ਚਲੇ ਜਾਂਦੇ ਤਾਂ ਇਹਨਾਂ ਦੀ ਉਹਦੇ ਵਿੱਚ ਇੱਕ ਚੰਗੀ ਭਲ ਬਣਨੀ ਸੀਗੀ। ਤੇ ਆਪ ਵਾਲੇ ਆ ਜਿਹੜੇ ਉਹ ਵੀ ਇਧਰੋਂ ਅੱਕੀ ਪਲਾਹੀ ਅਜੇ ਹੱਥ ਮਾਰ ਰਹੇ ਆ, ਉਹ ਵੀ ਕੋਈ ਸੋਲਿਡ ਇਸ ਮੂਵਮੈਂਟ ਦੇ ਵਿੱਚ ਬਿਆਨਬਾਜ਼ੀ ਜ਼ਰੂਰ ਕਰ ਰਹੇ ਆ, ਪਰ ਉਹਨਾਂ ਦਾ ਨਿਸ਼ਾਨਾ ਵੀ 2022 ਹੀ ਹੈ। ਅੱਛਾ, ਇੱਕ ਗੱਲ ਤੁਸੀਂ ਕਿਹਾ ਵੀ ਜਿਹੜੀ ਤੜ ਰੱਖਣੀ ਚਾਹੀਦੀ ਸੀ, ਉਹ ਇਹ ਨਹੀਂ ਲੱਗਦਾ ਹੈਗਾ ਵੀ ਜਿਵੇਂ ਆਪਾਂ ਨੇ ਕਿਹਾ ਵੀ ਸਾਡੀਆਂ ਗੱਡੀਆਂ ਚਲਾਓ ਤੇ ਕੇਂਦਰ ਨੇ ਨਾਲ ਨਾਲ ਯਾਤਰੀਆਂ ਦੀ ਗੱਡੀਆਂ ਵਾਲੀ ਵੀ ਗੱਲ ਤੋਰ ਲਈ, ਉਹਦੇ ਨਾਲ ਕਿਤੇ ਨਾ ਕਿਤੇ ਇਹ ਲੱਗਦਾ ਵੀ ਸਟੇਟ ਗਵਰਨਮੈਂਟ ਹੈ ਜਿਹੜੀ ਉਹ ਝੁਕੀ ਲੱਗਦੀ ਹੈ। ਬਿਲਕੁਲ ਪਰਮਿੰਦਰ, ਉਹਨੇ ਤਾਂ ਹੀ ਇਹ ਸ਼ਰਤ ਰੱਖੀ ਕਿ ਨਾ, ਹੁਣ ਦੇਖੋ ਕਿ ਸਾਡੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਇਹ ਇੱਕ ਪ੍ਰੈਸ ਰਿਲੀਜ਼ ਦਿੰਦੇ ਹੈਗੇ ਨੇ ਕਿ ਜੀ ਸੈਂਟਰ ਹੈ ਉਹਦੀ ਮੰਗ ਹੈ ਜਿਹੜੀ ਬੇਤੁਕੀ ਹੈ ਕਿ ਮੁਸਾਫਰ ਗੱਡੀਆਂ ਚਲਾਈਆਂ ਜਾਣ। ਅੱਧੇ ਘੰਟੇ ਬਾਅਦ ਪ੍ਰੈਸ ਰਿਲੀਜ਼ ਜਾਰੀ ਕਰਦੇ ਨੇ ਕਿ ਜੀ ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਮੁਸਾਫਰ ਯਾਤਰੀ ਜਿਹੜੀਆਂ ਗੱਡੀਆਂ ਨੇ, ਯਾਤਰੀ ਗੱਡੀਆਂ ਨੇ, ਉਹਨਾਂ ਨੂੰ ਵੀ ਖੁੱਲ੍ਹ ਦਿੱਤੀ ਜਾਵੇ। ਤਾਂ ਇਹ ਡਬਲ ਪਾਲਿਸੀ, ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਨਾਲ ਸਾਡੇ ਪ੍ਰਤੀ ਕੋਈ ਤਿਉ ਹੈ ਉਹਨਾਂ ਦਾ। ਇਹ ਤਾਂ ਆਪੋ ਆਪਣੀ ਇਹਨਾਂ ਪੋਲੀਟੀਕਲ ਪਾਰਟੀਆਂ ਦੀਆਂ ਮਜਬੂਰੀਆਂ ਨੇ। ਹਾਂ। ਅੱਛਾ, ਹੁਣ ਜਿਹੜਾ ਕਿਸਾਨਾਂ ਦਾ ਦੇਸ਼ ਵਿਆਪੀ ਸੰਘਰਸ਼ ਹੈਗਾ 26 ਤੇ 27 ਤਰੀਕ ਦਾ, ਉਹਦੇ ਲਈ ਕੇਂਦਰ ਉਹਨਾਂ ਨੂੰ ਦਿੱਲੀ 'ਚ ਦਾਖਲੇ ਦੀ ਪ੍ਰਵਾਨਗੀ ਨਹੀਂ ਦੇ ਰਿਹਾ ਕਿਸਾਨਾਂ ਨੂੰ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਪਰਮਿੰਦਰ, ਇਹ ਇੱਕ ਨਵੀਂ ਡਿਵੈਲਪਮੈਂਟ ਹੋਈ ਹੈ। ਵੈਸੇ ਤਾਂ ਕਈ ਦਿਨਾਂ ਦੀ ਇਹ ਚੱਲ ਰਹੀ ਸੀਗੀ ਗੱਲਬਾਤ ਕਿ ਜਿਹੜੀ ਨੈਸ਼ਨਲ ਲੈਵਲ ਤੇ 26 ਔਰ 27 ਤਰੀਕ ਦਾ ਦਿੱਲੀ ਚੱਲੋ ਦਾ ਪ੍ਰੋਗਰਾਮ ਹੈਗਾ ਸਾਰੀਆਂ ਸਟੇਟਾਂ ਦਾ, ਤਾਂ ਉਸ ਤੋਂ ਪਹਿਲਾਂ ਜਿਹੜੀ ਇਹਨਾਂ ਦੀ ਕੋਆਰਡੀਨੇਸ਼ਨ ਨੈਸ਼ਨਲ ਲੈਵਲ ਤੇ ਜਿਹੜੀ ਵਰਕਿੰਗ ਗਰੁੱਪ ਬਣਿਆ ਹੋਇਆ ਹੈਗਾ, ਉਹਨਾਂ ਨੇ ਜਿਹੜੀ ਉੱਥੋਂ ਦੀ ਰਾਮਲੀਲਾ ਮੈਨੇਜਮੈਂਟ ਕਮੇਟੀ ਹੈ, ਕਿਉਂਕਿ ਉੱਥੇ ਇਕੱਠੇ ਹੋਣਾ ਸੀਗਾ, ਉੱਥੇ ਉਹਨਾਂ ਨੂੰ ਇੱਕ ਐਪਲੀਕੇਸ਼ਨ ਦਿੱਤੀ ਸੀ ਕਿ ਸਾਨੂੰ ਪ੍ਰਵਾਨਗੀ ਦਿੱਤੀ ਜਾਵੇ। ਤਾਂ ਜਿਹੜੀ ਮੈਨੇਜਮੈਂਟ ਕਮੇਟੀ ਹੈ ਉਹਨੇ ਆਪਣੀ ਪ੍ਰਵਾਨਗੀ ਜਿਹੜੀ ਕਿਸਾਨ ਧਿਰਾਂ ਨੂੰ ਦੇ ਦਿੱਤੀ ਸੀ ਕਿ ਤੁਸੀਂ ਆਓ, ਸਾਨੂੰ ਕੋਈ ਦਿੱਕਤ ਨਹੀਂ ਹੈਗੀ। ਫਿਰ ਉਸ ਤੋਂ ਬਾਅਦ ਫਾਰਮੈਲਿਟੀ ਤਹਿਤ ਜਿਹੜਾ ਉੱਥੋਂ ਦੀ MCD ਹੈ ਉਹਨਾਂ ਕੋਲ ਐਪਲੀਕੇਸ਼ਨ ਮੂਵ ਕੀਤੀ ਗਈ, ਤਾਂ ਉਹਨਾਂ ਨੇ ਵੀ ਇਸ ਦੀ ਪ੍ਰਵਾਨਗੀ ਦੇ ਦਿੱਤੀ ਕਿ ਅਸੀਂ ਤੁਹਾਡੇ ਲਈ ਇੱਥੇ ਜਿਹੜੀਆਂ ਟਾਇਲਟਸ ਆਰਜੀ ਬਣਾਈ ਜਾਂਦੀਆਂ ਨੇ, ਕੋਈ ਪਾਣੀ ਦਾ ਪ੍ਰਬੰਧ ਕਰਨਾ ਹੈ, ਕੋਈ ਸਫਾਈ ਦਾ ਪ੍ਰਬੰਧ ਕਰਨਾ ਹੈ, ਉਹਦੇ ਲਈ ਹਰੀ ਝੰਡੀ ਦੇ ਦਿੱਤੀ ਸੀ, ਉਹਨਾਂ ਨੇ ਪ੍ਰਵਾਨ ਕਰ ਦਿੱਤੀ ਸੀ। ਉਸ ਤੋਂ ਬਾਅਦ ਉਹੀ ਐਪਲੀਕੇਸ਼ਨ ਹੈ ਜਿਹੜੀ ਉੱਥੋਂ ਦੇ ਦਿੱਲੀ ਕਮਿਸ਼ਨਰ ਦੇ ਕੋਲ ਪਿਛਲੇ 5-6 ਦਿਨਾਂ ਤੋਂ ਪੈਂਡਿੰਗ ਪਈ ਸੀ, ਕਿਉਂਕਿ ਪੁਲਿਸ ਦੀ ਕਲੀਅਰੈਂਸ ਹੈ ਜਿਹੜੀ ਉਹ ਜ਼ਰੂਰੀ ਸੀਗੀ। ਪਰ ਉਹਨਾਂ ਨੇ ਕੱਲ 4-5 ਓਬਜੈਕਸ਼ਨ ਲਾ ਕੇ ਜਿਹੜੀ ਐਪਲੀਕੇਸ਼ਨ ਹੈ ਉਹ ਰੱਦ ਕਰ ਦਿੱਤੀ ਹੈ। ਤਾਂ ਹੁਣ ਇੱਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਜਿਹੜੇ ਸਾਡੀਆਂ ਕਿਸਾਨ ਧਿਰਾਂ ਉਹ ਦਿੱਲੀ ਦੇ ਵਿੱਚ ਇੰਟਰ ਨਹੀਂ ਹੋ ਸਕਣਗੀਆਂ। ਜੇ ਹੋਣ ਦੀ ਕੋਸ਼ਿਸ਼ ਕਰਨਗੀਆਂ ਤਾਂ ਦਿੱਲੀ ਪੁਲਿਸ ਉਹਨਾਂ ਨੂੰ ਰੋਕੇਗੀ। ਉਹਨਾਂ ਨੇ ਕਿਹਾ ਕਿ ਸਾਡੇ ਜਿਹੜੀ ਦਫਾ 144 ਹੈ ਉਹ ਪੂਰੀ ਦਿੱਲੀ ਦੇ ਵਿੱਚ ਲੱਗੀ ਹੋਈ ਹੈ। ਔਰ ਵੱਡੀ ਗੱਲ ਉਹਨਾਂ ਨੇ ਕਹੀ ਹੈ ਕਿ ਕੋਵਿਡ ਦੀ
ਕਿ ਕੋਵਿਡ ਦੇ ਵਿੱਚ ਤੁਸੀਂ ਇੰਨੇ ਬੰਦਿਆਂ ਤੋਂ ਜ਼ਿਆਦਾ ਇਕੱਠੇ ਨਹੀਂ ਹੋ ਸਕਦੇ। ਪਰ ਇਹ ਵੱਖਰੀ ਗੱਲ ਹੈ ਕਿ ਬਿਹਾਰ 'ਚ ਸ਼ਾਇਦ ਪਿਛਲੇ ਦਿਨਾਂ 'ਚ ਹੋ ਸਕਦੇ ਜਦੋਂ ਮੋਦੀ ਸਾਹਿਬ ਉੱਥੇ ਰੈਲੀ ਕਰਕੇ ਆਏ ਹੈ। ਤਾਂ ਹੁਣ ਕਿਸਾਨ ਧਿਰਾਂ ਇਹਦੇ ਵਿੱਚ ਕੋਈ ਲੀਗਲ ਐਡਵਾਈਸ ਵੀ ਲੈ ਰਹੀਆਂ ਨੇ ਕਿ ਤਾਂ ਕਿ ਉਹਨਾਂ ਕੋਲ ਸੈਂਟਰ ਕੋਲ ਦੁਆਰੇ ਆਪਣਾ ਜਿਹੜਾ ਕੇਸ ਹੈ ਉਸ ਨੂੰ ਪੁੱਟ ਕੀਤਾ ਜਾ ਸਕੇ। ਇਸ ਤੋਂ ਇਲਾਵਾ ਮੈਨੂੰ ਇੱਕ ਹੋਰ ਵੀ ਸੂਚਨਾ ਮਿਲੀ ਹੈਗੀ ਹੈ ਪਰਮਿੰਦਰ, ਕਿ ਕੁਝ ਕਿਸਾਨ ਧਿਰਾਂ 50-60 ਕਿਸਾਨ ਧਿਰਾਂ ਨੈਸ਼ਨਲ ਲੈਵਲ ਤੇ ਹੋਰ ਜੁੜੀਆਂ ਨੇ, ਔਰ ਕਿਸਾਨ ਧਿਰਾਂ ਇਹ ਵੀ ਸੋਚਦੀਆਂ ਨੇ ਕਿ ਇਹਦਾ ਰਾਹ ਜਿਹੜਾ ਹੋਰ ਵੀ ਇਹਦਾ ਜਿਹੜਾ ਦਾਇਰਾ ਹੈ ਉਸ ਨੂੰ ਐਕਸਪੈਂਡ ਕੀਤਾ ਜਾਵੇ। ਤਾਂ ਉਹਦੇ ਵਿੱਚ ਕੁਝ ਇਸ਼ੂ ਆ ਜਿਹੜੇ ਖੇਤੀ ਕਾਨੂੰਨ ਵਾਲੇ ਤਾਂ ਦੇਖੋ ਪ੍ਰਾਇੋਰਟੀ ਤੇ ਰਹਿਣੇ ਹੀ ਹੈ ਇੱਕ ਨੰਬਰ ਤੇ। ਉਸ ਤੋਂ ਇਲਾਵਾ ਜਿਵੇਂ ਕਰਜ਼ੇ ਵਾਲਾ ਇਸ਼ੂ ਹੈ, ਡਾਕਟਰ ਸਵਾਮੀਨਾਥਨ ਦੀ ਜਿਹੜੀ ਰਿਪੋਰਟ ਹੈ ਉਹਨੂੰ ਲਾਗੂ ਕਰਨ ਦੀ ਗੱਲ ਹੈਗੀ ਹੈ, ਇਹ ਕੁਝ ਇਸ਼ੂ ਹੋਰ ਵੀ ਨਾਲ ਅਟੈਚ ਹੋ ਸਕਦੇ ਨੇ। ਤਾਂ ਇਹ ਬੜੀ ਦਿਲਚਸਪ ਬਣ ਗਿਆ ਹੁਣ ਜਿਹੜਾ ਕਿ ਇੱਕ ਪਾਸੇ ਜਿਹੜੀ ਸਾਡੀ ਸੈਂਟਰ ਸਰਕਾਰ ਸਾਨੂੰ ਗੱਲਬਾਤ ਦਾ ਸੱਦਾ ਵੀ ਦੇ ਰਹੀ ਹੈ ਕਿ ਤੁਸੀਂ ਦਿੱਲੀ ਆਓ 13 ਨੂੰ, ਪਰ 26 ਤਰੀਕ ਨੂੰ ਨਾ ਆਓ ਦਿੱਲੀ, ਉਹਦੇ ਲਈ ਸਾਨੂੰ ਮਨਾ ਵੀ ਕਰ ਰਹੀ ਹੈ। ਤਾਂ ਹੁਣ ਆਉਣ ਵਾਲੇ ਦਿਨਾਂ 'ਚ ਬੜਾ ਖਾਸ ਕਰਕੇ ਕੱਲ੍ਹ ਦਾ ਦਿਨ ਔਰ ਪਰਸੋਂ ਦਾ ਦਿਨ ਬੜਾ ਦਿਲਚਸਪ ਰਹਿਣਾ ਹੈ। ਸੋ ਪਿਆਰੇ ਦਰਸ਼ਕੋ, ਅੱਜ ਅਸੀਂ ਗੱਲਬਾਤ ਦਾ ਸਿਲਸਿਲਾ ਇੱਥੇ ਹੀ ਖਤਮ ਕਰਦੇ ਹਾਂ। ਕੱਲ੍ਹ ਇੱਕ ਨਵੇਂ ਮੁੱਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਤਦ ਲਈ ਆਗਿਆ ਦਿਓ। ਧੰਨਵਾਦ।